ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ, ਆਦਾਬ। ਸੋ ਅੱਜ ਆਪਾਂ ਜਿਹੜਾ ਡਿਸਟ੍ਰਿਕਟਸ ਦੇ ਵਿੱਚ ਪੜ੍ਹਨਾ ਉਹ ਤਰਨ ਡਿਸਟ੍ਰਿਕਟ ਬਾਰੇ ਪੜ੍ਹਨਾ। ਸੋ ਇਸ ਤੋਂ ਪਹਿਲਾਂ ਆਪਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਬਾਰੇ ਪੜ੍ਹ ਚੁੱਕੇ ਹਾਂ। ਸੋ ਮੇਰੇ ਹਿਸਾਬ ਨਾਲ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਆ ਹੋਊਗਾ ਉਹਨਾਂ ਨੂੰ, ਰਾਈਟ ਹੈ। ਅੰਮ੍ਰਿਤਸਰ ਨੂੰ ਆਪਾਂ ਪੜ੍ਹ ਚੁੱਕੇ ਹਾਂ, ਗੁਰਦਾਸਪੁਰ ਨੂੰ ਆਪਾਂ ਪੜ੍ਹ ਚੁੱਕੇ ਹਾਂ ਤੇ ਹੁਣ ਆਪਾਂ ਪੜ੍ਹਨਾ ਤਰਨ ਨੂੰ। ਸੋ ਜਦੋਂ ਮੈਂ ਤੁਹਾਨੂੰ ਕਹਿੰਦਾ ਵੀ ਜਦੋਂ ਵੀ ਆਪਾਂ ਕਿਸੇ ਡਿਸਟ੍ਰਿਕਟ ਨੂੰ ਪੜ੍ਹਨਾ ਤਾਂ ਚਾਰ ਇੰਪੋਰਟੈਂਟ ਗੱਲਾਂ, ਜਿਹਦੇ ਵਿੱਚੋਂ ਪਹਿਲੀ ਇੰਪੋਰਟੈਂਟ ਇਹੀ ਹੈ ਕਿ ਉਹ ਬਾਉਂਡਰੀ ਕਿਹਦੇ ਨਾਲ ਸ਼ੇਅਰ ਕਰਦਾ ਗਾ। ਸੋ ਧਿਆਨ ਦਿਓ ਕਿ ਜੇਕਰ ਆਪਾਂ ਮਾਲਵੇ ਦੇ ਵਿੱਚ ਦੇਖੀਏ ਤਾਂ ਫਿਰੋਜ਼ਪੁਰ ਯਾਨੀ ਸਾਊਥ ਵਿੱਚ ਫਿਰੋਜ਼ਪੁਰ, ਈਸਟ ਦੇ ਵਿੱਚ ਹੈਗਾ ਕਪੂਰਥਲਾ ਤੇ ਨਾਰਥ ਦੇ ਵਿੱਚ ਹੈਗਾ ਅੰਮ੍ਰਿਤਸਰ। ਯਾਨੀ ਇਹ ਟ੍ਰਾਇੰਗਲ ਬਣਦੀ ਹੈ ਇੱਕ ਤਰੀਕੇ ਦੇ ਨਾਲ, ਰਾਈਟ। ਆਹ ਤਰਨ ਹੋ ਗਿਆ ਤੁਹਾਡਾ, ਆਹ ਅੰਮ੍ਰਿਤਸਰ ਹੋ ਗਿਆ, ਆਹ ਕਪੂਰਥਲਾ ਤੇ ਆਹ ਤੁਹਾਡਾ ਹੋ ਗਿਆ ਫਿਰੋਜ਼ਪੁਰ, ਰਾਈਟ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਆ, ਇਸ ਨੂੰ ਯਾਦ ਕਰਨਾ ਗਾ। ਤਿੰਨ ਡਿਸਟ੍ਰਿਕਟਸ ਦੇ ਨਾਲ ਇਹ ਆਪਣੀ ਬਾਉਂਡਰੀ ਸ਼ੇਅਰ ਕਰਦਾ ਗਾ ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਇਹ ਤਿੰਨੇ ਖੇਤਰਾਂ ਦੇ ਜ਼ਿਲ੍ਹਿਆਂ ਨਾਲ ਮਿਲਦਾ ਗਾ। ਤਿੰਨੇ ਖੇਤਰਾਂ ਦੇ ਜ਼ਿਲ੍ਹਿਆਂ ਨਾਲ ਕਿਵੇਂ? ਯਾਨੀ ਕਿ ਜੇਕਰ ਆਪਾਂ ਦੁਆਬਾ ਨੂੰ ਦੇਖੀਏ ਤਾਂ ਕਪੂਰਥਲਾ ਆ ਗਿਆ, ਮਾਝੇ ਨੂੰ ਦੇਖੀਏ ਤਾਂ ਅੰਮ੍ਰਿਤਸਰ ਆ ਗਿਆ, ਮਾਲਵਾ ਨੂੰ ਦੇਖੀਏ ਤਾਂ ਫਿਰੋਜ਼ਪੁਰ ਆ ਗਿਆ। ਸੋ ਕੁਐਸਚਨ ਕਿੰਨਾ ਤਕੜਾ ਬਣ ਸਕਦਾ, ਰਾਈਟ, ਵੀ ਇਹਨਾਂ ਦੇ ਵਿੱਚੋਂ ਕਿਹੜਾ ਡਿਸਟ੍ਰਿਕਟ ਆ ਜਿਹੜਾ ਤਿੰਨੇ ਖੇਤਰਾਂ ਦੇ ਨਾਲ ਲੱਗਦਾ, ਮਾਝੇ ਨਾਲ ਵੀ ਲੱਗਦਾ, ਦੁਆਬੇ ਨਾਲ ਵੀ ਲੱਗਦਾ ਜਾਂ ਫਿਰ ਮਾਲਵੇ ਨਾਲ ਵੀ ਲੱਗਦਾ, ਰਾਈਟ। ਸੋ ਇਸ ਤਰੀਕੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ। ਸੋ ਸਭ ਤੋਂ ਪਹਿਲਾਂ ਤਾਂ ਨਕਸ਼ੇ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਗਾ, ਰਾਈਟ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਤਰਨ ਡਿਸਟ੍ਰਿਕਟ ਬਾਰੇ। ਤਰਨ ਡਿਸਟ੍ਰਿਕਟ ਹੈ ਜਿਹੜਾ ਆਪਣਾ 19ਵਾਂ ਡਿਸਟ੍ਰਿਕਟ ਬਣਿਆ 2006 ਦੇ ਵਿੱਚ। 19ਵਾਂ ਡਿਸਟ੍ਰਿਕਟ ਹੈ ਇਹ ਆਪਣਾ 2006 ਦੇ ਵਿੱਚ ਬਣਿਆ ਤੇ ਇਸ ਤਰਨ ਡਿਸਟ੍ਰਿਕਟ ਦੇ ਫਾਊਂਡਰ ਹੈ ਜਿਹੜੇ ਉਹ ਗੁਰੂ ਅਰਜਨ ਦੇਵ ਜੀ, ਆਪਣੇ 5ਵੇਂ ਪਾਤਸ਼ਾਹ, ਰਾਈਟ। ਗੁਰੂ ਅਰਜਨ ਦੇਵ ਜੀ ਨੇ ਜਿਹੜੀ ਕਿ ਤਰਨ ਦੀ ਜਿਹੜੀ ਜਗ੍ਹਾ ਦੀ ਉਸ ਦੀ ਫਾਊਂਡੇਸ਼ਨ ਕੀਤੀ ਆ। ਸੋ ਜੇਕਰ ਫਾਊਂਡਰ ਪੁੱਛਿਆ ਜਾਵੇ ਸੋ ਇਸ ਦਾ ਜ਼ਰੂਰ ਆਨਸਰ ਤੁਸੀਂ ਦੇਣਾਗਾ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਵੀ ਫਾਊਂਡਰ ਇਸ ਜਗ੍ਹਾ ਦੇ ਕਿਉਂ ਬਣੇ ਆ, ਜਾਂ ਇਹ ਕਹਿ ਲਓ ਵੀ ਇਸ ਜਗ੍ਹਾ ਤੇ ਹੀ ਕਿਉਂ ਉਹਨਾਂ ਨੇ ਇਸ ਜਗ੍ਹਾ ਨੂੰ ਕਿਉਂ ਵਸਾਇਆ? ਕਿਉਂਕਿ ਇਹ ਜਗ੍ਹਾ ਤੇ ਜੇਕਰ ਆਪਾਂ ਗੁਰੂ ਅੰਗਦ ਦੇਵ ਜੀ ਦੇਖੀਏ ਤਾਂ ਉਹ ਵੀ ਐਸੋਸੀਏਟ ਕਰਦੇ ਆ, ਗੁਰੂ ਅਮਰਦਾਸ ਜੀ ਵੀ ਐਸੋਸੀਏਟ ਕਰਦੇ ਆ, ਗੁਰੂ ਰਾਮਦਾਸ ਜੀ ਵੀ ਐਸੋਸੀਏਟ ਕਰਦੇ ਆ। ਇਸੇ ਕਰਕੇ ਇਸ ਪਵਿੱਤਰ ਜਗ੍ਹਾ ਨੂੰ ਗੁਰੂ ਅਰਜਨ ਦੇਵ ਜੀ ਨੇ ਤੁਸੀਂ ਕਹਿ ਸਕਦੇ ਵੀ ਇੱਕ ਇੰਪੋਰਟੈਂਸ ਦਿੱਤੀ ਹੈ ਤੇ ਨਾਮ ਇਹਦਾ ਰੱਖਿਆ ਤਰਨ ਸਾਹਿਬ, ਰਾਈਟ। ਬਾਉਂਡਰੀ ਸ਼ੇਅਰ ਕਰਦਾ ਗਾ ਤਿੰਨ ਦੇ ਨਾਲ। ਇੱਕ ਜਿਹੜਾ ਹੋ ਗਿਆ ਨਾਰਥ ਦੇ ਵਿੱਚ ਹੋਗਾ ਤੁਹਾਡਾ ਅੰਮ੍ਰਿਤਸਰ, ਰਾਈਟ। ਈਸਟ ਦੇ ਵਿੱਚ ਹੋ ਗਿਆ ਤੁਹਾਡਾ ਕਪੂਰਥਲਾ, ਰਾਈਟ ਹੋ ਗਿਆ। ਸੋ ਇਹ ਚੀਜ਼ਾਂ ਇੰਪੋਰਟੈਂਟ ਬਣਦੀਆਂ ਭਾਈ। ਤੇ ਜੇਕਰ ਆਪਾਂ ਸਾਊਥ ਦੇ ਵਿੱਚ ਦੇਖੀਏ ਤਾਂ ਸਾਊਥ ਦੇ ਵਿੱਚ ਕਿਹੜਾ ਗਾ? ਫਿਰੋਜ਼ਪੁਰ। ਸਾਊਥ ਦੇ ਵਿੱਚ ਕਿਹੜਾ ਗਾ? ਫਿਰੋਜ਼ਪੁਰ, ਰਾਈਟ ਹੋ ਗਿਆ। ਇਸ ਤੋਂ ਬਾਅਦ ਆਪਾਂ ਦੇਖੀਏ ਤਾਂ ਪਾਰਟ ਆਫ ਦਾ ਮਤਲਬ ਕੀ ਆ? ਪਾਰਟ ਆਫ ਦਾ ਮਤਲਬ ਹੈਗਾ ਵੀ ਇਹ ਕਿਹੜੇ ਡਿਸਟ੍ਰਿਕਟ ਦਾ ਪਾਰਟ ਸੀਗਾ। ਤਰਨ 19ਵਾਂ ਡਿਸਟ੍ਰਿਕਟ 2006 ਦੇ ਵਿੱਚ ਬਣਿਆ ਤੇ ਯਾਨੀ ਕਿ ਉਸ ਤੋਂ ਪਹਿਲਾਂ ਕਿਹਦਾ ਪਾਰਟ ਸੀ? ਇਹ ਅੰਮ੍ਰਿਤਸਰ ਦਾ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਆਉਂਦਾ ਸੀ। ਸੋ ਅੰਮ੍ਰਿਤਸਰ ਡਿਸਟ੍ਰਿਕਟ ਦਾ ਇਹ ਪਾਰਟ ਸੀਗਾ, ਬਹੁਤ ਵਾਰ ਪੁੱਛਿਆ ਜਾਂਦਾ। ਸੋ ਇਹ ਕੁਐਸਚਨ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹਨਾ ਗਾ, ਰਾਈਟ। ਸੋ ਅੰਮ੍ਰਿਤਸਰ ਡਿਸਟ੍ਰਿਕਟ ਦਾ ਇਹ ਪਾਰਟ ਸੀ, ਰਾਈਟ ਹੋ ਗਿਆ। ਜਸਟ ਅ ਮਿੰਟ। ਸੋ ਅੰਮ੍ਰਿਤਸਰ ਡਿਸਟ੍ਰਿਕਟ ਦਾ ਇਹ ਯਾਨੀ ਕਿ ਜਿਹੜਾ ਪਾਰਟ ਸੀਗਾ। ਹੁਣ ਆਪਾਂ ਇੰਪੋਰਟੈਂਟ ਪਲੇਸਿਸ ਦੀ ਗੱਲ ਕਰਦੇ। ਇੰਪੋਰਟੈਂਟ ਪਲੇਸਿਸ ਦੀ ਗੱਲ ਕਰਦੇ ਹਾਂ। ਯਾਰ ਮੇਰੇ ਵਾਲ ਖਰਾਬ ਹੋਏ ਪਏ ਆ। ਵੈਸੇ ਵੀ ਮੇਰਾ ਕੋਈ ਹੇਅਰ ਸਟਾਈਲ ਹੁੰਦਾ ਨਹੀਂ, ਮੈਨੂੰ ਬਾਅਦ 'ਚ ਹੀ ਪਤਾ ਲੱਗਦਾ ਕਿ ਮੈਂ ਇਹਦੇ ਵਿੱਚ ਕਿਵੇਂ ਪੜ੍ਹਾ ਗਿਆ। ਸੋ ਮੈਟਰ ਨਹੀਂ ਕਰਦਾ, ਚਲੋ। ਸੋ ਇੰਪੋਰਟੈਂਟ ਪਲੇਸਿਸ, ਹੁਣ ਇੰਪੋਰਟੈਂਟ ਪਲੇਸਿਸ ਬਾਰੇ ਆਪਾਂ ਪੜ੍ਹਦੇ ਹਾਂ। ਹਾਲਾਂਕਿ ਜਿਵੇਂ ਆਪਾਂ ਗੁਰਦਾਸਪੁਰ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਪੜ੍ਹਿਆ ਹੈਗਾ, ਇਹਦੇ ਵਿੱਚ ਉਹਨਾਂ ਡਿਟੇਲ ਨਹੀਂ ਬਣਦਾ। ਸਿਰਫ ਜਗ੍ਹਾਵਾਂ ਤੁਸੀਂ ਯਾਦ ਰੱਖਣੀਆਂ, ਗੁਰਦੁਆਰੇ ਯਾਦ ਰੱਖਣੇ ਜਿਹੜੇ ਕਿ ਡਾਇਰੈਕਟਲੀ ਤੁਹਾਡੇ ਕੁਐਸਚਨ ਆ ਸਕਦੇ ਆ। ਇੰਪੋਰਟੈਂਟ ਪਲੇਸਿਸ ਦੇ ਵਿੱਚ ਆਪਾਂ ਜੇਕਰ ਜਾਈਏ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਟੱਕਰ ਸਾਹਿਬ ਤੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ, ਇਹ ਦੋਨੇ ਯਾਦ ਰੱਖਣੇ ਬਹੁਤ ਇੰਪੋਰਟੈਂਟ ਹੈ, ਯਾਦ ਰੱਖ ਲਿਓ। ਗੁਰਦੁਆਰਾ ਸ੍ਰੀ ਟੱਕਰ ਸਾਹਿਬ ਤੇ ਗੁਰਦੁਆਰਾ ਲਕੀਰ ਸਾਹਿਬ, ਰਾਈਟ। ਸੋ ਇਹ ਦੋਨੇ ਹੀ ਇੱਕ ਦੂਸਰੇ ਨਾਲ ਰਿਲੇਟ ਕਰਦੇ ਆ, ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਗੁਰੂ ਅਰਜਨ ਦੇਵ ਜੀ ਨੇ ਤਰਨ ਨੂੰ ਫਾਊਂਡ ਕੀਤਾ ਸੀ ਤਾਂ ਉੱਥੇ ਗੁਰੂ ਅਰਜਨ ਦੇਵ ਜੀ ਦੇ ਨਾਲ ਜਿਹੜਾ ਐਸੋਸੀਏਟਡ ਗੁਰਦੁਆਰਾ ਹੈਗਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ। ਸੋ ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੋ ਕਿ ਤਰਨ ਡਿਸਟ੍ਰਿਕਟ ਦੇ ਵਿੱਚ ਹੈ ਕਿਹੜੇ ਗੁਰੂ ਸਾਹਿਬਾਨ ਨਾਲ ਐਸੋਸੀਏਟ ਕਰਦਾ ਗਾ? ਸੋ ਗੁਰੂ ਅਰਜਨ ਦੇਵ ਜੀ ਦੇ ਨਾਲ ਐਸੋਸੀਏਟ ਕਰਦਾ ਗਾ। ਇਸੇ ਤਰੀਕੇ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਦੀ ਜਿਹੜੀ ਫਾਊਂਡੇਸ਼ਨ ਆ ਉਹਨੂੰ ਲੈ ਕੇ ਥੋੜੀ ਜਿਹੀ ਕੰਟਰੋਵਰਸੀ ਰਹਿੰਦੀ ਹੈ ਆਪਣੇ ਪੰਜਾਬ ਐਗਜ਼ਾਮ ਦੇ ਵਿੱਚ। ਬੇਸਿਕਲੀ ਆਪਾਂ ਵੈਸੇ ਪੰਜਾਬ GK ਸੀਰੀਜ਼ ਦੇ ਵਿੱਚ ਸਾਰੀ ਡਿਟੇਲ ਪੜ੍ਹੀ ਹੋਈ ਹੈ, ਉਹਦੇ ਵਿੱਚ ਮੈਂ ਦੱਸਿਆ ਹੋਇਆਗਾ। ਪਰ ਫਿਰ ਵੀ ਜਦੋਂ ਆਪਾਂ ਯਾਨੀ ਕਿ ਹੁਣ ਪੜ੍ਹ ਰਹੇ ਹਾਂ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਤੁਹਾਡੇ ਯਾਦ ਵੀ ਆਉਂਦਾ ਹੋਊਗਾ। ਗੋਇੰਦਵਾਲ ਜਗ੍ਹਾ ਦਾ ਨਿਰਮਾਣ ਹੋਇਆ ਸੀ, ਜਗ੍ਹਾ ਦੀ ਐਸਟੈਬਲਿਸ਼ਮੈਂਟ ਹੋਈ ਸੀ ਤੇ ਗੋਇੰਦਵਾਲ ਜਗ੍ਹਾ ਜਿਹੜੀ ਸੀਗੀ ਉਹਦੀ ਐਸਟੈਬਲਿਸ਼ਮੈਂਟ ਕਿਹਨਾਂ ਨੇ ਕੀਤੀ ਸੀ? ਗੁਰੂ ਅੰਗਦ ਦੇਵ ਜੀ ਨੇ। ਯਾਨੀ ਜਿਹੜੀ ਗੋਇੰਦਵਾਲ ਜਗ੍ਹਾ ਸੀ ਉਹਦੀ ਗੁਰੂ ਅੰਗਦ ਦੇਵ ਜੀ ਨੇ ਕੰਸਟਰਕਸ਼ਨ ਸਟਾਰਟ ਕੀਤੀ ਸੀ, ਰਾਈਟ। ਗੁਰੂ ਅੰਗਦ ਦੇਵ ਜੀ ਨੇ ਕੰਸਟਰਕਸ਼ਨ ਸਟਾਰਟ ਕੀਤੀ ਸੀ ਗੋਇੰਦਵਾਲ ਦੀ। ਪਰ ਇੱਥੇ ਬੌਲੀ ਦਾ ਨਿਰਮਾਣ ਕਰਵਾਇਆ ਗਿਆ, ਬੌਲੀ ਦਾ ਨਿਰਮਾਣ ਕਰਵਾਇਆ ਗਿਆ ਤੇ ਕਿੰਨੀਆਂ ਪੌੜੀਆਂ ਸੀਗੀਆਂ? 84 ਪੌੜੀਆਂ। ਹਰੇਕ ਪੌੜੀ ਤੇ ਤੁਸੀਂ ਗੁਰੂ ਦਾ ਧਿਆਨ ਰੱਖ ਕੇ ਅਰਦਾਸ ਕਰਦੇ ਜਾਓਗੇ ਤਾਂ 84 ਲੱਖ ਜੂਨਾਂ ਤੋਂ ਤੁਹਾਡੀ ਮੁਕਤੀ
ਹੋ जू जेकर तुसीं 84 पौड़ियां दा उवें कर जोगे, राइट। एक तरीके दे नाल इह तरीका गा, राइट। सो बौली दा निर्माण जिहड़ा कीता गा ओह गुरु अमरदास जी ने कीता गा। इसे करके कंट्रोवर्सी दे विच इह आ जांदा क्योंकि किताबां दे विच की लिखिया होया गा कि गुरुद्वारा श्री गोविंदवाल साहब दी स्थापना किसने की है, तो आपां कहने गुरु अमरदास जी ने। हालांकि गुरु अमरदास जी ने बौली का निर्माण किया सी, ना कि गोविंदवाल का। पर गल यह भी है कि गोविंदवाल जगह का निर्माण किया सी गुरु अंगद देव जी ने, गुरुद्वारा बौली तो बाद बनेगा, राइट। कहने का मतलब की है कि बौली का निर्माण होया, बौली का निर्माण होया इस करके लोगों की उत्थे धार्मिक प्रतिक्रिया वधी है, गतिविधि वधी है, धार्मिक जिवें आपां अवस्था कहने हुणे जिहड़ी अपनी आस्था हुंदी है बेसिकली वो वधी है। उत्थे लोग अपने आके अरदास करन लगे 84 पौड़ियां बौली ते, तो इस करके उस जगह ते गुरुद्वारा एस्टैबलिश होया। तो गुरुद्वारा श्री गोविंदवाल साहब एस्टैबलिश्ड बाय गुरु अमरदास जी। पर जेकर जगह की गल करी जाए, गोविंदवाल साहब की गल करी जाए, तो गोविंदवाल साहब एस्टैबलिश्ड बाय या कंस्ट्रक्टेड बाय गुरु अंगद देव जी। पर अपनी किताबां दे विच जां पेपरां दे विच अमरदास जी ही आंसर आउंदा हुंदा। पर मैं तुहानूं स्टोरी दसती, सो यह एग्जामिनर ते ही डिपेंड करदा कि वो किस सोच दे नाल क्वेश्चन नूं पा रहा है, राइट। पर ज़्यादातर जिहड़ा क्वेश्चन हुंदा वो बौली करके ही पूछा जाता, क्योंकि बौली का निर्माण है जिहड़ा गुरु अमरदास जी ने किया। समझ लगी भाई? सो ये याद रखना गया। इस तरीके दे नाल खडूर साहब आ गया। खडूर साहब तो भी इंपॉर्टेंट क्वेश्चन पूछे जाते, हालांकि मैं पढ़ाऊँगा। जो यह खडूर साहब है जो फाउंड किया गुरु अंगद देव जी ने। हुण गुरु अंगद देव जी ने मल अखाड़ा स्टार्ट किया, गुरु नानक देव जी की बाणियां कंपाइल करने स्टार्ट कीतियां, पहला गुटका तैयार होया। जेकर आप गल करिए गुरमुखी लिपि जी मॉडर्नाइज हुई है, गुरमुखी लिपि नूं एम्फेसाइज किया, उन्होंने फ्लोरिशमेंट की है, उन्होंने अगे तरीके दे पापूलर किया यानी गुरु अंगद देव जी ने। तो कित्थे शुरुआत हुई है? श्री खडूर साहब विखे स्टार्ट हुई है, राइट। सो श्री खडूर साहब फाउंडेड बाय गुरु अंगद देव जी, ये तुसीं याद रखना, बहुत ही ज़्यादा इंपॉर्टेंट है। तो सब तो वड्डा अपना वन ऑफ द लार्जेस्ट सरोवर इन द वर्ल्ड हरीके वेटलैंड, हरीके वेटलैंड इज इन द डिस्ट्रिक्ट ऑफ तरन ताਰਨ, राइट हो गया। सो यह तुसीं याद रख सकते हो। किला पत्ती, किला पत्ती भी एक ये नाल इंपॉर्टेंट स्टोरी बनती है, राइट। जदों तुसीं फैजलपुरिया मिसल, फैजलपुरिया मिसल के फाउंडर तुहानूं पता कपूर सिंह, राइट। सो बेसिकली नवाब कपूर सिंह फैजलपुरिया मिसल, जिन्होंने आप सिंहपुरिया मिसल भी कहने, मिसलों बारे आप चंगी तरह पढ़ रखा है। सो नवाब कपूर सिंह फाउंडर से, उन्होंने पुत्र खुशहाल सिंह, ठीक है। इत्थे मैं तुहानूं थोड़ा जिहा दस दिना। तो फैजलपुरिया मिसल के जोड़े फाउंडर से, फैजलपुरिया मिसल यानी कि जिन्होंने आप सिंहपुरिया मिसल भी कहने, फैजलपुरिया मिसल, सिंहपुरिया मिसल के फाउंडर जोड़े से नवाब कपूर सिंह। नवाब कपूर सिंह के जोड़े से भतीजे, नवाब कपूर सिंह के भतीजे से खुशहाल सिंह। सो इन्हों ने बेसिकली अटैक किया सीगा, अटैक किया सीगा की कहते होंगे खुशहाल सिंह ने पठाना ते, राइट। सो पठाना ते अटैक किया सीगा, ते इस करके पठाना नूं इत्थे हराया सी, राइट। पठाना नूं इत्थे हराया सीगा, ते इन्हां ने इस एरिए नूं जित लिया सी खुशहाल सिंह ने, राइट। उस तो बाद महाराजा रणजीत सिंह ने 1811 दे विच, महाराजा रणजीत सिंह ने 1811 दे विच फैजलपुरिया मिसल नूं हराया, फैजलपुरिया मिसल नूं हरा के अपने शुकर चक्किया मिसल दे विच मिला लिया। सो कहण दा मतलब की है कि यह बहुत चीज़ां इंपॉर्टेंट बनदियां गईयां। सो वो जिहड़ी जगह सी जिथे सारा कुछ होया सीगा, ओह जगह सीगी किला पत्ती, ते जां फिर उहनूं की कहा जांदा गा, पत्ती किला भी कहा जांदा, पत्ती किला, पत्ती किला। सो ये याद रखना बहुत ज़्यादा इंपॉर्टेंट है, पत्ती किला। सो पत्ती किला कई बार पूछ लिया जा सकता भी किहदे नाल एसोसीएट आ। सो फैजलपुरिया या सिंहपुरिया मिसल दे नाल कह सकते हो, तो उस तो बाद फिर महाराजा रणजीत सिंह दे नाल भी रिलेट कर दी है शोकर चक्के मिसल। स्टोरी तो मैं दसती, सो यह क्वेश्चन पूछे जाते होंगे, राइट हो गया। इस तो बाद जेकर आप जाइए उत्थे ही दोबारा, तो नाल तुसीं याद कर लियो बाबा गरजा सिंह गुरुद्वारा ते बाबा बोता सिंह जी। भाई मनी सिंह बारे आप जो पढ़िया, तो उदों मैं तुहानूं दस्सिया भी सीगा भाई बोता सिंह जी की शहीदी की गई, जो आप जाकरी अखान याही अखान बारे पढ़ते हैं, उत्थे भी मैं हिंट दिता सीगा भाई बोता सिंह जी बारे। हालांकि इन्हां तो होर कोई डिटेल ज़्यादा नहीं बनती, पर इन्ना कुछ जरूर बनता कि किहदे नाल रिलेटेड करदा, कित्थे है यह, किहड़ी डिस्ट्रिक्ट दे विच आ बाबा बोता सिंह जी, बाबा गरजा सिंह जी जिहड़ा हैगा यह तरन तारण डिस्ट्रिक्ट के विच, राइट। सो यह तुसीं जरूर याद रखना है। सो बहुत इंपॉर्टेंट है, मेरे हिसाब नाल तुहानूं ये चीज़ पता लग गई होगी। हुण आपां खडूर साहब की थोड़ी जी पढ़ लेने, वैसे मैं दस ही दिता ओवरऑल। खडूर साहब मल अखाड़ा, सो मल अखाड़ा किन्हां ने स्टार्ट किया? गुरु अंगद देव जी ने स्टार्ट किया। एंड खडूर साहब की भी आपां जेकर फाउंडेशन की गल करते हैं, सो बाय अपने गुरु अंगद देव जी, गुरु अंगद देव जी। सो यह याद रखना बहुत इंपॉर्टेंट है।
ਗੁਰੂ ਅੰਗਦ ਦੇਵ ਜੀ। ਅੱਛਾ, ਗੁਰਮੁਖੀ ਲਿਪੀ ਤੋਂ ਕੁਐਸਚਨ ਬਹੁਤ ਕੰਟਰੋਵਰਸੀ ਦੇ ਵਿੱਚ ਫੇਰ ਆ ਜਾਂਦਾ ਗਾ ਕਿ ਗੁਰਮੁਖੀ ਲਿਪੀ ਦੀ ਫਾਊਂਡੇਸ਼ਨ ਕਿਹਨੇ ਕੀਤੀ ਆ। ਫਾਊਂਡਰ ਜਿਹੜੇ ਹੈਗੇ ਗੁਰਮੁਖੀ ਲਿਪੀ ਦੇ ਉਹ ਗੁਰੂ ਨਾਨਕ ਦੇਵ ਜੀ ਹੀ ਆ, ਪਰ ਪ੍ਰਮਾਣ ਨਹੀਂ ਮਿਲਦੇ ਕਿਉਂਕਿ ਲਿਖਿਆ ਆਪਾਂ ਨੂੰ ਇੰਨਾ ਜ਼ਿਆਦਾ ਨਹੀਂ ਮਿਲਦਾ। ਗੁਰੂ ਨਾਨਕ ਦੇਵ ਜੀ ਦੀ ਬਾਣੀਆਂ ਨੂੰ ਕੰਪਾਈਲ ਕੀਤਾ, ਇਕੱਠਾ ਕੀਤਾ ਭਾਈ ਬਾਲੇ ਵਾਲੀ ਜਨਮ ਸਾਖੀ, ਜਾਂ ਕਹਿ ਲਓ ਵੀ ਗੁਰੂ ਅੰਗਦ ਦੇਵ ਜੀ ਨੇ ਉਸ ਨੂੰ ਕੰਪਾਈਲ ਕੀਤਾ, ਤੇ ਉਹ ਜਿਹੜੀ ਗੁਰਮੁਖੀ ਲਿਪੀ ਆ ਉਹ ਪਾਪੂਲਰ ਹੋਈ, ਜਾਂ ਜਿਹਨੂੰ ਆਪਾਂ ਪੜ੍ਹਦੇ ਹਾਂ ਜਾਂ ਉਹ ਪਾਪੂਲਰ ਹੋਈ ਹੈ, ਜਾਂ ਉਹ ਕਹਿ ਸਕਦੇ ਉਹਦੀ ਫਲੋਰਿਸ਼ਮੈਂਟ ਹੋਈ ਆ, ਮਾਡਰਨ ਗੁਰਮੁਖੀ ਲਿਪੀ ਆ। ਸੋ ਇਸ ਕਰਕੇ ਗੁਰਮੁਖੀ ਲਿਪੀ ਦੇ ਜਿਹੜੇ ਰੀਅਲ ਫਾਊਂਡਰ ਆ ਉਹ ਗੁਰੂ ਅੰਗਦ ਦੇਵ ਜੀ ਕਿਹਾ ਜਾਂਦਾ। ਸੋ ਜਿਹੜੀ ਸ਼ੁਰੂਆਤ ਹੋਈ ਸੀ ਉਹ ਖਡੂਰ ਸਾਹਿਬ ਵਿਖੇ ਹੋਈ ਸੀ ਗੁਰੂ ਅੰਗਦ ਦੇਵ ਜੀ ਦੁਆਰਾ। ਅੱਛਾ, ਫਸਟ ਸਿੱਖ ਸਕੂਲ ਬਣਿਆ, ਸਿੱਖ ਸਕੂਲ ਬਣੂਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਨੂੰ ਇਕੱਠਾ ਕੀਤਾ ਗਿਆ ਤੇ ਉੱਥੇ ਸਾਰੇ ਆ ਕੇ ਸਿੱਖ ਸਕੂਲ ਦੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਨੂੰ ਪੜ੍ਹਦੇ ਸੀ। ਸੋ ਫਸਟ ਸਿੱਖ ਸਕੂਲ ਐਟ ਤਰਨਤਾਰਨ ਸਾਹਿਬ ਡਿਸਟ੍ਰਿਕਟ। ਇਸ ਤੋਂ ਬਾਅਦ ਆ ਗਿਆ ਜੀ ਫਸਟ ਗੁਟਕਾ। ਉਹੀ ਗੱਲ ਫਿਰ ਆ ਗਈ, ਗੁਰੂ ਨਾਨਕ ਦੇਵ ਜੀ ਦੀ ਬਾਣੀਆਂ ਨੂੰ ਕੰਪਾਈਲ ਕੀਤਾ ਗਿਆ। ਸੋ ਫਸਟ ਗੁਟਕਾ ਐਸਟੈਬਲਿਸ਼ਡ ਇਨ ਤਰਨਤਾਰਨ ਡਿਸਟ੍ਰਿਕਟ ਬਾਏ ਗੁਰੂ ਅੰਗਦ ਦੇਵ ਜੀ ਐਟ ਖਡੂਰ ਸਾਹਿਬ। ਰਾਈਟ ਹੋ ਗਿਆ। ਸੋ ਇਹ ਤੁਸੀਂ ਬਹੁਤ ਇੰਪੋਰਟੈਂਟ ਤਰੀਕੇ ਦੇ ਨਾਲ ਯਾਦ ਕਰਨਾ। ਹੁਣ ਆਪਾਂ ਪੱਤੀ ਦੀ ਗੱਲ ਕਰਦੇ ਹਾਂ। ਇੱਕ ਤਾਂ ਕਿਲਾ ਪੱਤੀ ਹੈ, ਪੱਤੀ ਕਿਲਾ, ਉਹ ਇਹਦੇ ਨਾਲ ਵੀ ਰਿਲੇਟਡ ਆ। ਰਾਈਟ, ਇੱਕ ਪੱਤੀ ਦੇ ਵਿੱਚ ਪੱਤੀ ਨੂੰ ਯਾਨੀ ਕਿ ਜਿਹੜਾ ਹੈਗਾ ਪੱਤੀ ਟਾਊਨ ਆ ਬੇਸਿਕਲੀ, ਤੇ ਇਹਨੂੰ 9 ਲੱਖਾ ਟਾਊਨ ਵੀ ਕਿਹਾ ਜਾਂਦਾ, 9 ਲੱਖੀ ਪੱਥ ਵੀ ਕਿਹਾ ਜਾਂਦਾ। ਰਾਈਟ, ਕਾਰਨ ਕੀ ਹੈ ਕਿ ਇਹ ਪੱਤੀ ਹੈ ਜਿਹੜਾ ਬੇਸਿਕਲੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਸਿੱਖ ਅੰਪਾਇਰ ਸੀਗਾ, ਤਾਂ ਸਿੱਖ ਅੰਪਾਇਰ ਦੇ ਵਿੱਚ ਹਰ ਇੱਕ ਡਿਸਟ੍ਰਿਕਟ ਅਮੀਰ ਸੀ। ਸੋ ਇਹ ਕਾਫੀ ਅਮੀਰ ਸੀਗਾ ਬੇਸਿਕਲੀ। ਰਾਈਟ, ਇਸ ਕਰਕੇ ਇਸ ਨੂੰ ਅਮੀਰੀ ਕਰਕੇ 9 ਲੱਖ ਰੁਪਈਆ। ਰਾਈਟ, ਸੋ 9 ਲੱਖੀ ਪੱਥ ਵੀ ਕਿਹਾ ਜਾਂਦਾ ਗਾ। ਰਾਈਟ ਹੋ ਗਿਆ। ਜੈਨ ਟੈਂਪਲ ਇੱਥੇ ਹੈਗਾ, ਜੈਨ ਟੈਂਪਲ ਜਿਹੜਾ ਹੈਗਾ ਪੱਤੀ ਦੇ ਵਿੱਚ ਹੈਗਾ। ਰਾਈਟ, ਇਸ ਤੋਂ ਬਾਅਦ ਆ ਗਿਆ ਗੁਰਦੁਆਰਾ ਆਫ ਬੀਬੀ ਰਜਨੀ। ਹੁਣ ਗੁਰਦੁਆਰਾ ਆਫ ਬੀਬੀ ਰਜਨੀ ਦੀ ਸਟੋਰੀ ਸੁਣ ਲਓ। ਇੱਕ ਇੱਥੋਂ ਦੇ ਬੰਦੇ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਰਾਏ ਸਨ ਚੰਦ। ਰਾਏ ਚੰਦ ਸੀਗਾ ਜੇ ਸਮਥਿੰਗ ਐਵੇਂ ਕੁਛ ਨਾਮ ਸੀਗਾ, ਰਾਏ ਚੰਦ ਕਹਿ ਲਓ। ਰਾਈਟ, ਇਹਨਾਂ ਦੀਆਂ 4 ਪੁੱਤਰੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਬੀਬੀ ਰਜਨੀ ਸੀਗੀ, ਬਾਕੀ 3 ਪੁੱਤਰੀਆਂ। ਰਾਈਟ, 4 ਇਹਨਾਂ ਦੀ ਪੁੱਤਰੀਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਬੀਬੀ ਰਜਨੀ ਹੋ ਗਈ, 3 ਪੁੱਤਰੀਆਂ ਸੀ। ਇੱਕ ਵਾਰੀ ਕੀ ਹੋਇਆ, ਇਹਨਾਂ ਦੇ ਪਿਤਾ ਨੇ ਆਪਣੀਆਂ ਪੁੱਤਰੀਆਂ ਨੂੰ ਪੁੱਛਿਆ ਕਿ ਤੁਹਾਨੂੰ ਭੋਜਨ ਵਗੈਰਾ ਜਾਂ ਰਹਿਣ ਸਹਿਣ ਵਗੈਰਾ ਕੌਣ ਦਿੰਦਾ ਗਾ, ਤਾਂ ਜਿਹੜੀਆਂ ਬਾਕੀ 3 ਪੁੱਤਰੀਆਂ ਸੀਗੀਆਂ ਉਹਨਾਂ ਨੇ ਕਿਹਾ ਵੀ ਸਾਡਾ ਪਿਤਾ, ਯਾਨੀ ਕਿ ਰਾਏ ਸਨ। ਰਾਈਟ, ਰਾਏ ਦਾਸ ਕਹਿ ਲਓ, ਜੋ ਵੀ ਇਹਦਾ ਨਾਮ ਸੀਗਾ। ਰਾਈਟ, ਸੋ ਇਹ ਕਹਿੰਦੇ ਵੀ ਸਾਡੇ ਪਿਤਾ ਦਿੰਦਾ ਗਾ ਵੀ ਸਾਨੂੰ ਭੋਜਨ ਜਾਂ ਰਹਿਣ ਸਹਿਣ ਵਾਸਤੇ। ਪਰ ਬੀਬੀ ਜਿਹੜੀ ਰਜਨੀ ਸੀਗੀ, ਬੀਬੀ ਰਜਨੀ ਨੇ ਜਵਾਬ ਬਹੁਤ ਪੋਲਾਈਟਲੀ ਤੇ ਬਹੁਤ ਵਧੀਆ ਢੰਗ ਦੇ ਨਾਲ ਦਿੱਤਾ ਕਿ ਸਾਨੂੰ ਤਾਂ ਖਾਣ ਪੀਣ ਵਾਸਤੇ ਜਾਂ ਰਹਿਣ ਸਹਿਣ ਵਾਸਤੇ ਉਹ ਪ੍ਰਮਾਤਮਾ ਦਿੰਦਾ ਗਾ, ਯਾਨੀ ਕਿ ਜੋ ਵੀ ਮਿਲਦਾ ਆਪਾਂ ਨੂੰ ਪ੍ਰਮਾਤਮਾ ਦੀ ਦੇਣ ਹੈ। ਰਾਈਟ, ਸੋ ਇਸ ਕਰਕੇ ਇਹਦੇ ਪਿਤਾ ਜਿਹੜੇ ਸੀਗੇ ਉਹ ਗੁੱਸੇ ਹੋ ਗਏ ਤੇ ਬੀਬੀ ਰਜਨੀ ਦਾ ਜਿਹੜਾ ਵਿਆਹ ਸੀਗਾ ਇੱਕ ਅਬਨੋਰਮਲ ਮੁੰਡੇ ਦੇ ਨਾਲ ਕਰਤਾ। ਅਬਨੋਰਮਲ ਮੁੰਡਾ ਕਿਉਂ? ਕਿਉਂਕਿ ਉਹਨੂੰ ਬਿਮਾਰੀ ਸੀਗੀ, ਲੈਪਰ ਕਹਿੰਦੇ ਉਹਨੂੰ, ਤੇ ਬਿਮਾਰੀ ਨੂੰ ਕਹਿੰਦੇ ਆ ਲੈਪਰੋਜੀ। ਲੈਪਰੋਜੀ ਦਾ ਮਤਲਬ ਜਿਹੜੀ ਬਿਮਾਰੀ ਹੁੰਦੀ ਹੈ ਬੇਸਿਕਲੀ ਇਹਦੇ ਵਿੱਚ ਬੁੜਾ ਦਿਖਣ ਲੱਗ ਜਾਂਦਾ ਬੰਦਾ, ਜੋ ਉਹਨੂੰ ਮਾਸ ਉਹਦਾ ਜਿਹੜਾ ਹੁੰਦਾ ਬੜਾ ਢਲਕਿਆ ਹੁੰਦਾ, ਬਹੁਤ ਉਹ ਇੱਕ ਖਤਰਨਾਕ ਤਰੀਕੇ ਦੀ ਬਿਮਾਰੀ ਹੁੰਦੀ ਹੈ। ਰਾਈਟ, ਸੋ ਉਹਦੇ ਨਾਲ ਵਿਆਹ ਕਰਤਾ। ਬਟ ਬੀਬੀ ਰਜਨੀ ਫਿਰ ਵੀ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਵਾਲੀ ਔਰਤ। ਸੋ ਬੀਬੀ ਰਜਨੀ ਕੰਮਕਾਰ ਦੇ ਵਿੱਚ ਜਾਂਦੀ ਹੁੰਦੀ ਸੀ ਆਪਣੇ, ਹੁਣ ਪਤੀ ਨੂੰ ਤਾਂ ਲਿਜਾ ਨਹੀਂ ਸਕਦੀ ਕਿਉਂਕਿ ਪਤੀ ਹੈ ਜਿਹੜਾ ਬੇਸਿਕਲੀ ਇੱਕ ਤਰ੍ਹਾਂ ਦਾ ਅਪਾਹਜ ਹੀ ਕਹਿ ਸਕਦੇ ਹੋ। ਤੇ ਇੱਕ ਵਾਰੀ ਕੀ ਹੋਇਆ, ਖਡੂਰ ਸਾਹਿਬ ਵਿਖੇ ਜਾਂ ਤੁਸੀਂ ਕਹਿ ਸਕਦੇ ਹੋ ਗੋਇੰਦਵਾਲ ਸਾਹਿਬ ਵਿਖੇ, ਯਾਨੀ ਕਿ ਗੁਰਦੁਆਰਾ ਦੇ ਵਿੱਚ, ਕਿਸੇ ਗੁਰਦੁਆਰਾ ਦੇ ਵਿੱਚ ਯਾਨੀ ਕਿ ਬੇਸਿਕਲੀ ਇਹ ਗਏ। ਰਾਈਟ, ਜਾਂ ਐਂ ਕਹਿ ਲਓ ਵੀ ਇੱਕ ਸਰੋਵਰ ਸੀਗਾ, ਉੱਥੇ ਗਏ। ਜਦੋਂ ਇਹ ਨਹਾਤੇ ਧੋਤੇ ਸਰੋਵਰ ਦੇ ਵਿੱਚ, ਇਹਨਾਂ ਦੇ ਪਤੀ ਜਿਨ੍ਹਾਂ ਨੂੰ ਬਿਮਾਰੀ ਸੀ, ਤਾਂ ਮੰਨਿਆ ਜਾਂਦਾ ਕਿ ਜਿਹੜੀ ਉਹ ਬਿਮਾਰੀ ਹੈ ਯਾਨੀ ਕਿ ਉਹਨਾਂ ਦੀ ਸ਼ਕਲ ਸੂਰਤ ਚੇਂਜ ਹੋ ਗਈ, ਪੂਰੇ ਗੋਰੇ ਚਿੱਟੇ ਹੋ ਕੇ ਨਿਕਲੇ। ਤੇ ਜਦੋਂ ਬੀਬੀ ਰਜਨੀ ਕੰਮ ਤੋਂ ਵਾਪਸ ਆਈ ਤਾਂ ਉਹ ਇਹਨਾਂ ਨੂੰ ਪਛਾਣ ਵੀ ਨਹੀਂ ਸਕੀ। ਇਸ ਕਰਕੇ ਰੁਚੀ ਹੈ ਜਿਹੜੀ ਇਹਨਾਂ ਦੀ ਸਿੱਖੀਜ਼ਮ ਦੇ ਵਿੱਚ ਹੋਈ। ਐਂਡ ਗੁਰੂ ਰਾਮਦਾਸ ਜੀ ਉਸ ਟਾਈਮ ਤੇ ਕੰਟੈਂਪਰੇਰੀ ਸੀ, ਐਂਡ ਗੁਰੂ ਅਮਰਦਾਸ ਜੀ ਵੀ ਸੀਗੇ। ਸੋ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੇ ਨਾਲ ਐਸੋਸੀਏਟਡ ਆ। ਸੋ ਇਹ ਡਿਵੋਟੀ ਹੋ ਗਏ, ਯਾਨੀ ਕਿ ਇੱਕ ਤਰ੍ਹਾਂ ਨਾਲ ਧਾਰਮਿਕ ਬਣ ਗਏ। ਸੋ ਗੁਰਦੁਆਰਾ ਆਫ ਬੀਬੀ ਰਜਨੀ ਉਸ ਇਤਿਹਾਸਿਕ ਤੁਸੀਂ ਕਹਿ ਸਕਦੇ ਹੋ ਵੀ ਗਿਆਨ ਕਰਕੇ ਜਾਣਿਆ ਜਾਂਦਾ ਗਾ। ਰਾਈਟ, ਸੋ ਇਹ ਕਾਫੀ ਵਧੀਆ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਵੀ ਹਿਸਟਰੀ ਦਾ ਪਾਰਟ ਹੈ। ਬਟ ਉਹੀ ਗੱਲ ਹੈ ਵੀ ਇਹ ਸਟੋਰੀ ਪੇਪਰ ਦੇ ਵਿੱਚ ਆਉਣੀ ਨਹੀਂ, ਪਰ ਇੱਕ ਤਰੀਕਾ ਯਾਦ ਕਰਨ ਦਾ। ਜਦੋਂ ਬੀਬੀ ਰਜਨੀ ਬਾਰੇ ਪੜ੍ਹੋਗੇ ਤਾਂ ਤੁਹਾਨੂੰ ਸਟੋਰੀ ਯਾਦ ਆ ਜੂਗੀ। ਜਦੋਂ ਸਟੋਰੀ ਯਾਦ ਆ ਜੂਗੀ ਤਾਂ ਗੁਰੂ ਅਮਰਦਾਸ ਜੀ ਰਾਮਦਾਸ ਜੀ ਯਾਦ ਆ ਜਾਣਗੇ। ਜਦੋਂ ਰਾਮਦਾਸ ਜੀ ਅਮਰਦਾਸ ਜੀ ਯਾਦ ਆ ਜਾਣਗੇ ਤਾਂ ਖਡੂਰ ਸਾਹਿਬ ਯਾਦ ਆ ਜੂਗਾ, ਗੋਇੰਦਵਾਲ ਸਾਹਿਬ ਯਾਦ ਆ ਜੂਗਾ। ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਯਾਦ ਆ ਗਿਆ ਤਾਂ ਤੁਹਾਨੂੰ ਤਰਨਤਾਰਨ ਡਿਸਟ੍ਰਿਕਟ ਯਾਦ ਆ ਜੂਗਾ। ਤਰਨਤਾਰਨ ਡਿਸਟ੍ਰਿਕਟ ਯਾਦ ਆ ਗਿਆ ਤਾਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਯਾਦ ਆ ਜਾਣਗੇ। ਗੁਰੂ ਅਰਜਨ ਦੇਵ ਜੀ ਯਾਦ ਆ ਜਾਣਗੇ, ਫਿਰ ਤੁਹਾਨੂੰ ਜਿਹੜਾ ਹੈਗਾ ਟੱਕਰ ਗੁਰਦੁਆਰਾ ਟੱਕਰ ਜਿਹੜੇ ਹੈਗੇ ਆ, ਗੁਰਦੁਆਰਾ ਲਕੀਰ ਸਾਹਿਬ, ਗੁਰਦੁਆਰਾ ਟੱਕਰ ਸਾਹਿਬ, ਇਹ ਯਾਦ ਆ ਜਾਣਗੇ। ਗਰਜਾ ਸਿੰਘ ਯਾਦ ਆ ਜੂਗਾ ਤੇ ਤੁਹਾਨੂੰ ਬੋਤਾ ਸਿੰਘ ਜੀ ਯਾਦ ਆ ਜਾਣਗੇ। ਸੋ ਕਹਿਣ ਦਾ ਮਤਲਬ ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਦੇ ਨਾਲ ਰਿਲੇਟ ਕਰਦੀਆਂ ਤੇ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਐਂਡ ਲਾਸਟ ਗੋਇੰਦਵਾਲ ਸਾਹਿਬ ਜਿਵੇਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਗੋਇੰਦਵਾਲ ਜਿਹੜੀ ਜਗ੍ਹਾ ਹੈਗੀ ਬੇਸਿਕਲੀ ਉਹ ਕੀਤੀ ਗਈ। ਇੱਥੇ ਵੀ ਗੋਇੰਦਵਾਲ ਵੀ ਨਾਮ ਗੋਇੰਦਾਂ ਤੋਂ ਪਿਆ ਗਾ। ਗੋਇੰਦਾ ਸੀਗੇ ਜਿਹੜੇ ਕਿ
ਡਿਵੋਟੀ ਸੀ ਜਾਂ ਤੁਸੀਂ ਕਹਿ ਸਕਦੇ ਹੋ ਵੀ ਡਿਸਾਈਪਲ ਸੀਗੇ ਗੁਰੂ ਅੰਗਦ ਦੇਵ ਜੀ ਦੇ, ਐਂਡ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸੀਗਾ, ਤਾਂ ਉਸ ਜਗ੍ਹਾ ਦਾ ਉਹਨਾਂ ਦੇ ਨਾਮ ਤੇ ਜਗ੍ਹਾ ਦਾ ਨਾਮ ਪਿਆ ਗੋਇੰਦਵਾਲ, ਰਾਈਟ। ਸੋ ਜਗ੍ਹਾ ਦਾ ਨਾਮ ਸੀਗਾ, ਜਗ੍ਹਾ ਗੁਰੂ ਅੰਗਦ ਦੇਵ ਜੀ ਦੁਆਰਾ ਹੀ ਜਿਹੜੀ ਕੰਸਟਰਕਟ ਕੀਤੀ ਗਈ ਇੱਕ ਤਰੀਕੇ ਦੇ ਨਾਲ, ਬਟ ਬੌਲੀ ਦਾ ਨਿਰਮਾਣ ਹੈ ਜਿਹੜਾ ਉਹ ਗੁਰੂ ਰਾਮ ਅਮਰਦਾਸ ਜੀ ਦੁਆਰਾ ਹੋਇਆਗਾ। 84 ਪੌੜੀਆਂ ਬੌਲੀ ਦਾ ਨਿਰਮਾਣ ਹੋਇਆਗਾ, ਰਾਈਟ। ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਬਣਦੀਆਂ, ਹੋਰ ਇੱਥੋਂ ਕੋਈ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਨਹੀਂ ਰਹੀਆਂ। ਕੋਈ ਇੱਕ ਅੱਧੀ ਚੀਜ਼ ਰਹਿ ਗਈ ਹੋਈ ਤਾਂ ਕੀ ਕਹਿਣਾ। ਗੁਰਦੁਆਰਾ ਗਰਜਾ ਸਿੰਘ ਹੋ ਗਿਆ ਇੱਕ, ਹਾਂ ਮੇਰੇ ਯਾਦ ਆ ਗਿਆ, ਗੁਰਦੁਆਰਾ ਗੁਰੂ ਕਾ ਖੂਹ ਬੀਬੀ ਭਾਨੀ ਕਾ ਖੂਹ, ਇਹ ਵੀ ਯਾਦ ਰੱਖ ਲਓ, ਕਈ ਵਾਰੀ ਪੁੱਛ ਲਿਆ ਜਾਂਦਾ। ਬੀਬੀ ਭਾਨੀ ਕਾ ਖੂਹ ਤੇ ਗੁਰੂ ਕਾ ਖੂਹ ਜਿਹੜਾ ਹੈਗਾ ਉਹ ਵੀ ਭਾਈ ਇੱਥੇ ਹੀ ਆ। ਗੁਰੂ ਕਾ ਖੂਹ, ਬੀਬੀ ਭਾਨੀ ਕਾ ਖੂਹ, ਸੋ ਇਹ ਵੀ ਹੈ ਜਿਹੜਾ ਤੁਹਾਡਾ ਤਰਨ ਡਿਸਟ੍ਰਿਕਟ ਦੇ ਵਿੱਚ। ਰਾਈਟ ਹੋ ਗਿਆ ਜਾਂ ਨਹੀਂ? ਸੋ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਜਿਹੜੀਆਂ ਚੀਜ਼ਾਂ ਸਮਝ ਲੱਗ ਗਈਆਂ ਹੋਣਗੀਆਂ, ਰਾਈਟ। ਸੋ ਤਰਨ ਤੋਂ ਕੋਈ ਜ਼ਿਆਦਾ ਹੋਰ ਡਿਟੇਲ ਪੜ੍ਹਨ ਦੀ ਲੋੜ ਨਹੀਂ ਹੈਗੀ, ਟੈਨਸ਼ਨ ਲੈਣ ਦੀ ਲੋੜ ਨਹੀਂ। ਬਾਕੀ MCQ ਵਗੈਰਾ ਤੁਸੀਂ ਕਰਦੇ ਰਿਹਾ ਕਰੋ, ਪ੍ਰੈਕਟਿਸ ਕਰਦੇ ਰਿਹਾ ਕਰੋ। ਕੋਈ ਇੱਕ ਅੱਧਾ ਫੈਕਟ ਇੱਧਰ ਉੱਧਰ ਆ ਗਿਆ ਤਾਂ ਤੁਸੀਂ ਆਰਾਮ ਨਾਲ ਉਹਦਾ ਆਨਸਰ ਲਾ ਸਕਦੇ ਹੋ। ਬੇਸਿਕਲੀ ਬੇਸਿਕ ਸਟਰਕਚਰ ਹੈ ਜਿਹੜੀ ਤੁਹਾਡੇ ਪੱਲੇ ਪੈ ਗਈ, ਰਾਈਟ। ਸੋ ਥੈਂਕ ਯੂ ਸੋ ਮਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚਲੋ ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਤੇ ਗਾਹਾਂ ਫਿਰ ਆਪਾਂ ਕਿਹੜੇ ਡਿਸਟ੍ਰਿਕਟ ਬਾਰੇ ਪੜ੍ਹੀਏ, ਇਸ ਪਠਾਨਕੋਟ ਬਾਰੇ ਪੜ੍ਹ ਲੈਣੇ, ਕਿਉਂਕਿ ਆਪਾਂ ਮਾਝੇ ਬਾਰੇ ਪੜ੍ਹੀਏ ਨਾ ਤਾਂ 3 ਡਿਸਟ੍ਰਿਕਟ ਹੋ ਗਏ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ। ਪਠਾਨਕੋਟ ਬਾਰੇ ਵੀ ਆਪਾਂ ਅਗਲੇ ਲੈਕਚਰ ਦੇ ਵਿੱਚ ਪੜ੍ਹ ਲੈਣੇ। ਫਿਰ ਆਪਾਂ ਦੁਆਬਾ ਸਟਾਰਟ ਕਰ ਦਾਂਗੇ, ਦੁਆਬੇ ਦੇ ਵਿੱਚ ਵੀ 4 ਹੈ, ਇਹ ਵੀ ਯਾਦ ਰੱਖ ਲਓ, 4 4 14, ਰਾਈਟ। ਸੋ ਹੁਣ ਤਾਂ ਖੈਰ 15 ਹੋ ਗਏ ਕਿਉਂਕਿ ਮਲੇਰਕੋਟਲਾ ਵੀ ਆਪਾਂ ਬਣ ਗਿਆ, ਰਾਈਟ। ਸੋ ਆਪਾਂ ਇਸ ਤੋਂ ਬਾਅਦ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਤੇ ਜਿਹੜਾ ਹੈਗਾ SBS ਨਗਰ ਬਾਰੇ ਪੜ੍ਹ ਲਾਂਗੇ, ਰਾਈਟ। ਸੋ ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਇੱਕ ਹੋਰ ਚੀਜ਼ ਯਾਦ ਰੱਖਿਓ ਕਿ ਤਰਨ ਕਿਹੜੇ ਬਿਆਸ ਰਿਵਰ ਦੇ ਨਾਲ ਇਹ, ਠੀਕ ਹੈ। ਕਈ ਵਾਰੀ ਪੁੱਛ ਲਿਆ ਜਾਂਦਾ ਵੀ ਕਿਹਦੇ ਕੰਢੇ ਆ, ਬਿਆਸ ਰਿਵਰ ਦੇ ਕੰਢੇ, ਇਹ ਵੀ ਯਾਦ ਰੱਖ ਲਿਓ। ਸੋ ਬਾਏ ਬਾਏ, ਟੇਕ ਕੇਅਰ। ਬਾਕੀ ਕੋਈ ਨਾ ਰਿਵਰਾਂ ਵਗੈਰਾ ਮੈਂ ਨਕਸ਼ੇ ਤੋਂ ਕਰਾਊਂਗਾ, ਸਾਰਾ ਕੁਝ ਪਤਾ ਲੱਗ ਜੂ ਵੀ ਕਿਹੜੀ ਰਿਵਰ ਕਿੱਧਰੋਂ ਜਾਂਦੀ ਹੈ, ਰਾਈਟ। ਸੋ ਇਹ ਸਾਰਾ ਕੁਝ ਆਰਟ ਐਂਡ ਕਲਚਰ ਦੇ ਵਿੱਚ ਹੀ ਆਊਗਾ, ਸੋ ਡੂ ਨਾਟ ਵਰੀ। ਬਾਏ ਬਾਏ, ਟੇਕ ਕੇਅਰ।